ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੋ ਐਸੀਆਂ ਕਹਾਣੀਆਂ ਦੱਸਾਂਗੇ, ਕਥਾਵਾਂ ਦੱਸਾਂਗੇ ਜਿਹੜੀਆਂ ਕਿ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਆ, ਸਾਡੇ ਔਖੇ ਸਮੇਂ ਨੂੰ ਕੱਟ ਸਕਦੀਆਂ ਆ, ਕਈ ਮੁਸ਼ਕਲਾਂ ਨੂੰ ਹੱਲ ਕਰ ਸਕਦੀਆਂ ਆ। ਸੋ ਹੱਥ ਜੋੜ ਕੇ ਬੇਨਤੀ ਹੈ, ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਪੀਰਾਂ ਦੀ ਪਿਆਰੀ ਸਾਧ ਸੰਗਤ ਜੀ, ਕੁਝ ਛੋਟੀਆਂ ਕਹਾਣੀਆਂ ਇਦਾਂ ਦੀਆਂ ਹੁੰਦੀਆਂ ਆ, ਜੇਕਰ ਆਪਾਂ ਉਹਨਾਂ ਤੇ ਗੌਰ ਕਰੀਏ, ਸਮਝੀਏ, ਉਹਨਾਂ ਨੂੰ ਲਾਗੂ ਕਰੀਏ ਜ਼ਿੰਦਗੀ ਵਿੱਚ, ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਆ, ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਸੋ ਇਹਨਾਂ ਵੀਡੀਓ ਤੇ ਗੌਰ ਜ਼ਰੂਰ ਕਰਿਆ ਕਰੋ, ਪੂਰੀ ਵੀਡੀਓ ਨੂੰ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਤਾਂ ਹੀ ਸਾਨੂੰ ਇਹਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋਵੇਗਾ। ਅੱਜ ਜਿਹੜੀਆਂ ਕਹਾਣੀਆਂ ਅਸੀਂ ਤੁਹਾਨੂੰ ਦੱਸਣ ਲੱਗੇ ਆ, ਇਹ ਤੁਹਾਨੂੰ ਸੁਣ ਕੇ ਇਦਾਂ ਹੀ ਲੱਗੇਗਾ ਕਿ ਇਹ ਕਹਾਣੀਆਂ ਤੁਹਾਡੀਆਂ ਆਪਣੀਆਂ ਹੀ ਆ, ਤੁਹਾਡੀ ਜ਼ਿੰਦਗੀ ਦੇ ਨਾਲ ਹੀ ਸੰਬੰਧਿਤ ਹਨ। ਸੋ ਬੜੇ ਗੌਰ ਤੇ ਧਿਆਨ ਦੇ ਨਾਲ ਸੁਣਿਓ, ਇਹਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਪਹਿਲੀ ਕਥਾ, ਪਹਿਲੀ ਕਹਾਣੀ। ਕਿਸੇ ਦੇਸ਼ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ, ਜਿਹਦੀਆਂ 4 ਪਤਨੀਆਂ ਸੀ, ਜਿਨ੍ਹਾਂ ਦੇ ਵਿੱਚੋਂ ਉਹ ਚੌਥੇ ਨੰਬਰ ਵਾਲੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਿਆ ਕਰਦਾ ਸੀ, ਬਹੁਤ ਜ਼ਿਆਦਾ ਉਹਦਾ ਸਨਮਾਨ, ਇੱਜ਼ਤ ਤੇ ਪਿਆਰ ਕਰਦਾ ਸੀ। ਤੀਸਰੇ ਨੰਬਰ ਵਾਲੀ ਪਤਨੀ ਨਾਲ ਵੀ ਉਹ ਬਹੁਤ ਜ਼ਿਆਦਾ ਪਿਆਰ ਕਰਿਆ ਕਰਦਾ ਸੀ, ਪਰ ਉਹ ਉਸ ਪਤਨੀ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਾਉਣ ਤੋਂ ਡਰਦਾ ਸੀ, ਕਿਉਂਕਿ ਉਹਦੇ ਮਨ ਵਿੱਚ ਇਹ ਖਿਆਲ ਰਹਿੰਦਾ ਸੀ ਕਿ ਕਿਤੇ ਇਹ ਮੇਰੀ ਪਤਨੀ 3 ਨੰਬਰ ਵਾਲੀ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਨਾ ਭੱਜ ਜਾਵੇ। ਉਹ ਰਾਜਾ ਆਪਣੀ 2 ਨੰਬਰ ਵਾਲੀ ਪਤਨੀ ਨਾਲ ਵੀ ਪਿਆਰ ਕਰਿਆ ਕਰਦਾ ਸੀ। ਜਦੋਂ ਵੀ ਉਸ ਰਾਜਾ ਨੂੰ ਕੋਈ ਦਿੱਕਤ ਆਉਂਦੀ, ਪਰੇਸ਼ਾਨੀ ਆਉਂਦੀ, ਤਾਂ ਉਹ ਸਲਾਹ ਕਰਨ ਦੇ ਲਈ ਆਪਣੀ 2 ਨੰਬਰ ਵਾਲੀ ਪਤਨੀ ਕੋਲ ਹੀ ਜਾਇਆ ਕਰਦਾ ਸੀ, ਅਤੇ 2 ਨੰਬਰ ਵਾਲੀ ਪਤਨੀ ਵੀ ਉਸ ਰਾਜਾ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਕਰ ਦਿੰਦੀ ਸੀ। ਉਹ ਰਾਜਾ 1 ਨੰਬਰ ਵਾਲੀ ਪਤਨੀ ਨੂੰ ਬਿਲਕੁਲ ਵੀ ਪਿਆਰ ਨਹੀਂ ਸੀ ਕਰਿਆ ਕਰਦਾ, ਪਰ ਉਹ 1 ਨੰਬਰ ਵਾਲੀ ਪਤਨੀ ਉਸ ਰਾਜਾ ਨੂੰ ਬਹੁਤ ਜ਼ਿਆਦਾ ਪਿਆਰ ਕਰਿਆ ਕਰਦੀ ਸੀ, ਬਹੁਤ ਹੀ ਉਹਦਾ ਇੱਜ਼ਤ ਕਰਿਆ ਕਰਦੀ ਸੀ। ਇੱਦਾਂ ਹੀ ਸਮੇਂ ਗੁਜ਼ਰਦਾ ਰਿਹਾ। ਕੁਝ ਸਮੇਂ ਬਾਅਦ ਅਚਾਨਕ ਹੀ ਰਾਜਾ ਬਿਮਾਰ ਹੋ ਗਿਆ ਤੇ ਉਸ ਰਾਜੇ ਨੂੰ ਇੰਜ ਲੱਗਿਆ ਕਿ ਜਿਵੇਂ ਹੁਣ ਉਹਦੀ ਮੌਤ ਹੋ ਜਾਵੇਗੀ, ਹੁਣ ਉਹ ਹੋਰ ਜ਼ਿਆਦਾ ਜਿੰਦਾ ਨਹੀਂ ਰਹੇਗਾ। ਉਸ ਰਾਜਾ ਨੇ ਸੋਚਿਆ ਕਿ ਕਿਉਂ ਨਾ ਉਹ ਆਪਣੀਆਂ 4 ਪਤਨੀਆਂ ਦੇ ਵਿੱਚੋਂ ਕਿਸੇ ਇੱਕ ਪਤਨੀ ਨੂੰ ਆਪਣੇ ਨਾਲ ਲੈ ਜਾਵੇ, ਉਹ 4 ਪਤਨੀਆਂ ਵਿੱਚੋਂ ਕੋਈ ਇੱਕ ਪਤਨੀ ਉਹਦੀ ਮੌਤ ਦਾ ਹਿੱਸਾ ਬਣੇ ਤੇ ਉਹ ਉਹਨੂੰ ਆਪਣੇ ਨਾਲ ਲੈ ਕੇ ਜਾਵੇ। ਇਹੀ ਸੋਚ ਕੇ ਰਾਜੇ ਨੇ ਆਪਣੀ 4 ਨੰਬਰ ਵਾਲੀ ਪਤਨੀ ਨੂੰ ਕਿਹਾ ਕਿ ਮੇਰੀ ਮੌਤ ਦਾ ਸਮਾਂ ਨਜ਼ਦੀਕ ਆ ਚੁੱਕਾ ਹੈ, ਮੈਂ ਹੁਣ ਜ਼ਿਆਦਾ ਦੇਰ ਇੱਥੇ ਜਿੰਦਾ ਨਹੀਂ ਰਹਾਂਗਾ, ਕੀ ਤੂੰ ਮੇਰੇ ਨਾਲ ਮੇਰੀ ਮੌਤ ਦਾ ਹਿੱਸਾ ਬਣੇਗੀ, ਤੂੰ ਮੇਰੇ ਨਾਲ ਚੱਲੇਂਗੀ? ਤਾਂ 4 ਨੰਬਰ ਵਾਲੀ ਪਤਨੀ ਕਹਿਣ ਲੱਗੀ ਕਿ ਮੇਰੀ ਉਮਰ ਤਾਂ ਹੱਲੇ ਬਹੁਤ ਜ਼ਿਆਦਾ ਛੋਟੀ ਆ, ਮੈਂ ਤਾਂ ਅਜੇ ਕੁਝ ਦੇਖਿਆ ਵੀ ਨਹੀਂ, ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ, ਮੈਂ ਤੁਹਾਡੀ ਮੌਤ ਦਾ ਹਿੱਸਾ ਨਹੀਂ ਬਣ ਸਕਦੀ। ਫਿਰ ਉਹਨੇ ਤੀਸਰੀ ਨੰਬਰ ਵਾਲੀ ਪਤਨੀ ਕੋਲ ਗਿਆ ਤੇ ਉਹਨੂੰ ਪੁੱਛਿਆ ਕਿ ਮੇਰਾ ਜਾਣ ਦਾ ਸਮਾਂ ਆ ਚੁੱਕਾ ਹੈ, ਮੇਰੀ ਮੌਤ ਨਜ਼ਦੀਕ ਹੈ, ਕੀ ਤੂੰ ਮੇਰੀ ਮੌਤ ਦਾ ਹਿੱਸਾ ਬਣੇਗੀ, ਕੀ ਤੂੰ ਮੇਰੇ ਨਾਲ ਚੱਲੇਂਗੀ? ਤਾਂ 3 ਨੰਬਰ ਵਾਲੀ ਪਤਨੀ ਕਹਿਣ ਲੱਗੀ ਕਿ ਨਹੀਂ, ਮੈਂ ਤੁਹਾਡੀ ਮੌਤ ਦਾ ਹਿੱਸਾ ਨਹੀਂ ਬਣ ਸਕਦੀ, ਮੈਂ ਅਜੇ ਜ਼ਿੰਦਗੀ ਵਿੱਚ ਬਹੁਤ ਕੁਝ ਦੇਖਣਾ ਹੈ ਤੇ ਤੁਹਾਡੇ ਮਰਨ ਤੋਂ ਬਾਅਦ ਮੈਂ ਜਲਦੀ ਹੀ ਦੂਸਰੀ ਸ਼ਾਦੀ ਕਰਵਾ ਲਵਾਂਗੀ। ਇਹ ਸੁਣ ਕੇ ਰਾਜਾ ਮਾਯੂਸ ਹੋ ਗਿਆ ਤੇ ਫਿਰ ਉਹ ਆਪਣੀ 2 ਨੰਬਰ ਵਾਲੀ ਪਤਨੀ ਕੋਲ ਗਿਆ। ਰਾਜਾ ਨੇ ਉਹੀ ਗੱਲਾਂ 2 ਨੰਬਰ ਵਾਲੀ ਪਤਨੀ ਨੂੰ ਵੀ ਕਹੀਆਂ ਤਾਂ ਉਹ ਪਤਨੀ ਵੀ ਜਵਾਬ ਦੇ ਗਈ, ਉਹ ਵੀ ਮੁੱਕਰ ਗਈ, ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ। ਇੱਥੋਂ ਤੱਕ ਹੋ ਸਕਦਾ ਹੈ ਮੈਂ ਤੁਹਾਡੀ ਇੱਕ ਗੱਲ ਮੰਨ ਸਕਦੀ ਹਾਂ ਕਿ ਤੁਹਾਨੂੰ ਦਫਨਾਉਣ ਦੇ ਤੱਕ ਮੈਂ ਤੁਹਾਡੇ ਨਾਲ ਰਹਾਂਗੀ, ਪਰ ਮੈਂ ਉੱਪਰ ਤੁਹਾਡੇ ਨਾਲ ਨਹੀਂ ਜਾ ਸਕਦੀ। 3 ਪਤਨੀਆਂ ਦਾ ਜਵਾਬ ਸੁਣ ਕੇ ਉਸ ਰਾਜੇ ਦਾ ਦਿਲ ਬੈਠ ਗਿਆ। ਉਹਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਹੈ। ਉਹ ਰਾਜਾ ਅਜੇ ਸੋਚ ਹੀ ਰਿਹਾ ਆ ਕਿ ਸन्नाटे ਦੇ ਵਿੱਚੋਂ ਇੱਕ ਆਵਾਜ਼ ਆਈ ਕਿ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਚੱਲਾਂਗੀ। ਜਦੋਂ ਰਾਜੇ ਦੇ ਕੰਨੀ ਇੰਨੇ ਸ਼ਬਦ ਪਏ ਤਾਂ ਉਹ ਚਕੰਨਾ ਹੋ ਗਿਆ, ਤੇ ਜਦੋਂ ਉਹਨੇ ਦੇਖਿਆ ਤੇ ਇਹ ਆਵਾਜ਼ ਉਹਦੀ ਪਹਿਲੀ ਪਤਨੀ ਦੀ ਸੀ, ਜਿਹੜੀ ਕਿ ਹੁਣ ਬਹੁਤ ਜ਼ਿਆਦਾ ਬਿਮਾਰ ਲੱਗ ਰਹੀ ਸੀ, ਕਿਉਂਕਿ ਉਹਦਾ ਕੋਈ ਖਿਆਲ ਨਹੀਂ ਸੀ ਰੱਖ ਰਿਹਾ, ਉਹਨੂੰ ਕੋਈ ਪਿਆਰ ਨਹੀਂ ਸੀ ਕਰ ਰਿਹਾ, ਇਸ ਕਰਕੇ ਉਹਦੇ ਹਾਲ ਬੇਹਾਲ ਹੀ ਸੀ। ਗੱਲਾਂ ਸੁਣ ਕੇ ਰਾਜੇ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਰਾਜਾ ਪਛਤਾਉਣ ਲੱਗ ਪਿਆ ਤੇ ਕਹਿਣ ਲੱਗਾ ਕਿ ਹਾਂ, ਮੈਨੂੰ ਤੇਰਾ ਖਿਆਲ ਰੱਖਣਾ ਚਾਹੀਦਾ ਸੀ, ਮੈਨੂੰ ਤੇਰਾ ਸਤਿਕਾਰ ਵੀ ਕਰਨਾ ਚਾਹੀਦਾ ਸੀ,
ਮੈਨੂੰ ਤੇਰੇ ਨਾਲ ਪਿਆਰ ਕਰਨਾ ਚਾਹੀਦਾ ਸੀ, ਤੇਰੀ ਦੇਖਭਾਲ ਕਰਨੀ ਚਾਹੀਦੀ ਸੀ, ਪਰ ਮੈਂ ਇਦਾਂ ਨਹੀਂ ਕੀਤਾ ਜਦ ਕਿ ਮੈਂ ਇਦਾਂ ਕਰ ਸਕਦਾ ਸੀ। ਮੈਂ ਤੈਨੂੰ ਕਦੀ ਪਿਆਰ ਨਹੀਂ ਦਿੱਤਾ ਜਦ ਕਿ ਤੂੰ ਮੈਨੂੰ ਹਰ ਸਮੇਂ ਪਿਆਰ ਦਿੱਤਾ ਆ। ਸੋ ਕੀ ਤੁਸੀਂ ਜਾਣਦੇ ਆ ਉਹ ਰਾਜਾ ਕੌਣ ਸੀ? ਉਹ ਰਾਜਾ ਆਪਾਂ ਹੀ ਸੀ, ਆਪਣੇ ਵਿੱਚੋਂ ਹੀ ਇੱਕ ਸੀ, ਮੈਂ ਹੀ ਸੀ ਉਹ ਰਾਜਾ। ਸਾਡੀ ਸਾਰਿਆਂ ਦੀਆਂ ਹੀ 4 ਪਤਨੀਆਂ ਹੁੰਦੀਆਂ ਆ, ਜਿਨ੍ਹਾਂ ਦੇ ਵਿੱਚੋਂ 4 ਨੰਬਰ ਤੇ ਹੁੰਦੀ ਆ ਸਾਡੀ ਪਤਨੀ, ਸਾਡਾ ਸਰੀਰ। ਜਦੋਂ ਸਾਡਾ ਆਖਰੀ ਸਮੇਂ ਆਉਂਦਾ ਆ, ਸਾਡੀ ਮੌਤ ਹੋਣ ਵਾਲੀ ਹੁੰਦੀ ਆ, ਤਾਂ ਇਹ ਸਾਡਾ ਸਰੀਰ 4 ਨੰਬਰ ਵਾਲੀ ਪਤਨੀ ਸਾਡਾ ਸਾਥ ਛੱਡ ਦਿੰਦੀ ਆ, ਇਹ ਸਾਡੇ ਨਾਲ ਨਹੀਂ ਜਾਂਦੀ ਆ। ਸਾਡੀ ਤੀਜੀ ਪਤਨੀ ਆ ਸਾਡੀ ਧਨ ਦੌਲਤ, ਰੁਪਇਆ, ਪੈਸਾ, ਜਾਇਦਾਦ। ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਇਹ 3 ਨੰਬਰ ਵਾਲੀ ਪਤਨੀ, ਧਨ ਦੌਲਤ, ਇਹ ਕਿਸੇ ਦੂਸਰੇ ਦੇ ਕੋਲ ਚਲੇ ਜਾਂਦੇ ਆ, ਇਹ ਵੀ ਸਾਡੇ ਨਾਲ ਨਹੀਂ ਜਾਂਦੇ। ਤੇ 2 ਨੰਬਰ ਦੀ ਪਤਨੀ ਹੁੰਦੀ ਆ ਸਾਡੇ ਯਾਰ ਦੋਸਤ, ਰਿਸ਼ਤੇਦਾਰ, ਜਿਹੜੇ ਕਿ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਦਫਨਾਉਣ ਤੱਕ ਜਾਂ ਸਾਡਾ ਅੰਤਿਮ ਸੰਸਕਾਰ ਕਰਨ ਤੱਕ ਸਾਡੇ ਨਾਲ ਰਹਿੰਦੇ ਆ। ਇਸ ਤੋਂ ਜ਼ਿਆਦਾ ਉਹ ਸਾਡੇ ਲਈ ਕੁਝ ਨਹੀਂ ਕਰ ਸਕਦੇ, ਸਾਡੇ ਨਾਲ ਨਹੀਂ ਜਾ ਸਕਦੇ ਆ। ਅਤੇ ਸਾਡੀ ਪਹਿਲੀ ਪਤਨੀ ਹੁੰਦੀ ਆ ਸਾਡੀ ਆਤਮਾ, ਸਾਡੀ ਚੇਤਨਾ, ਜਿਹੜੀ ਕਿ ਸੰਸਾਰ ਦੇ ਮੋਹ ਦੇ ਵਿੱਚ, ਦੁਨੀਆਦਾਰਾਂ ਦੇ ਕੰਮਾਂ ਦੇ ਵਿੱਚ ਸਾਡੇ ਤੋਂ ਵਿਛੜ ਜਾਂਦੀ ਆ। ਅਸੀਂ ਉਹਦਾ ਖਿਆਲ ਨਹੀਂ ਰੱਖਦੇ ਆ, ਧਿਆਨ ਨਹੀਂ ਰੱਖਦੇ, ਉਹਦੇ ਨਾਲ ਪਿਆਰ ਨਹੀਂ ਕਰਦੇ ਆ, ਉਹਦਾ ਖਿਆਲ ਨਹੀਂ ਰੱਖਦੇ ਆ। ਅਸੀਂ ਉਹਨੂੰ ਭੁੱਲ ਜਾਂਦੇ ਆ, ਭੁਲਾ ਦਿੰਦੇ ਆ, ਪਰ ਉਹ ਸਾਡੀ ਆਤਮਾ, ਸਾਡੀ ਚੇਤਨਾ ਸਾਡਾ ਸਾਥ ਕਦੇ ਨਹੀਂ ਛੱਡਦੀ ਆ। ਉਹ ਇਸ ਧਰਤੀ ਤੇ ਵੀ ਸਾਡੇ ਨਾਲ ਹੀ ਰਹਿੰਦੀ ਆ, ਤੇ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਫਿਰ ਵੀ ਉਹੀ ਸਾਡੇ ਨਾਲ ਜਾਂਦੀ ਆ। ਚਾਹੇ ਸਾਡੀ ਜ਼ਿੰਦਗੀ ਦੇ ਵਿੱਚ ਜਿੱਡਾ ਮਰਜ਼ੀ ਦੁੱਖ ਆ ਜਾਵੇ, ਚਾਹੇ ਸਾਡੀ ਮੌਤ ਵੀ ਕਿਉਂ ਨਾ ਆ ਜਾਵੇ, ਪਰ ਉਹ ਸਾਡੀ ਆਤਮਾ ਸਾਡਾ ਸਾਥ ਕਦੇ ਨਹੀਂ ਛੱਡਦੀ ਆ, ਸਦਾ ਹੀ ਸਾਡੇ ਨਾਲ ਰਹਿੰਦੀ ਆ। ਇਸ ਲਈ ਇਸ ਕਹਾਣੀ ਦਾ ਸਭ ਤੋਂ ਵੱਡਾ ਸਬਕ ਹੈ ਕਿ ਹਰ ਇਨਸਾਨ ਨੂੰ ਆਪਣੀ ਆਤਮਾ ਨੂੰ ਜਾਣਨਾ ਚਾਹੀਦਾ ਹੈ, ਪਹਿਚਾਨਣਾ ਚਾਹੀਦਾ ਹੈ, ਉਹਦੀ ਕਦਰ ਕਰਨੀ ਚਾਹੀਦੀ ਆ, ਖਿਆਲ ਰੱਖਣਾ ਚਾਹੀਦਾ ਹੈ। ਤੇ ਕਿਉਂਕਿ ਇੱਕ ਆਤਮਾ ਹੀ ਹੈ ਜਿਹੜੀ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਉਂਦੀ ਆ। ਪ੍ਰਮਾਤਮਾ ਹੀ ਆਤਮਾ ਤੇ ਆਤਮਾ ਹੀ ਪ੍ਰਮਾਤਮਾ ਹੈ। ਸੋ ਆਪਣੀ ਆਤਮਾ ਨੂੰ ਸਮਝੋ, ਗਿਆਨ ਕਰੋ ਇਸ ਦੇ ਬਾਰੇ, ਇਹੀ ਸਾਨੂੰ ਪ੍ਰਮਾਤਮਾ ਤੱਕ ਲੈ ਕੇ ਜਾਂਦੀ ਆ। ਆਤਮਾ ਉਸ ਪਰਮੇਸ਼ਵਰ ਦੇ ਨਾਲ ਜੁੜੀ ਆ ਜਿਹੜਾ ਸਦਾ ਹੀ ਸਾਡਾ ਸਾਥ ਦਿੰਦੇ ਆ। ਧਨ ਦੌਲਤ, ਸਾਕ ਸੰਬੰਧੀ, ਰਿਸ਼ਤੇਦਾਰ, ਇਹ ਅਖੀਰ ਸਾਰੇ ਹੀ ਸਾਡਾ ਸਾਥ ਛੱਡ ਦਿੰਦੇ ਆ, ਪਰ ਇੱਕ ਆਤਮਾ ਹੀ ਹੈ ਜਿਹੜੀ ਸਾਡੇ ਨਾਲ ਪ੍ਰਮਾਤਮਾ ਤੱਕ ਜਾਂਦੀ ਆ। ਸੋ ਇਹਦਾ ਖਿਆਲ ਰੱਖੋ, ਇਹਦਾ ਅਧਿਐਨ ਕਰੋ, ਇਹਦੇ ਬਾਰੇ ਜਾਣੋ, ਤਾਂ ਹੀ ਅਸੀਂ ਪ੍ਰਮਾਤਮਾ ਤੱਕ ਪਹੁੰਚ ਸਕਦੇ ਹਾਂ। ਹੁਣ ਅਸੀਂ ਤੁਹਾਨੂੰ ਸੁਣਾਵਾਂਗੇ ਦੂਸਰੀ ਕਹਾਣੀ, ਜਿਹੜੀ ਕਿ ਅੰਧ ਵਿਸ਼ਵਾਸ ਤੇ ਆਧਾਰਿਤ ਆ। ਕਿਸੇ ਨਗਰ ਦੇ ਵਿੱਚ ਇੱਕ ਸੇਠ ਰਿਹਾ ਕਰਦਾ ਸੀ, ਜਿਹਦੇ ਕੋਲ ਇੱਕ ਧੋਬੀ ਆਇਆ ਕਰਦਾ ਸੀ। ਕੁਝ ਦਿਨ ਉਹ ਧੋਬੀ ਉਸ ਸੇਠ ਦੇ ਕੋਲ ਨਹੀਂ ਆਇਆ। ਜਦੋਂ 3-4 ਦਿਨਾਂ ਬਾਅਦ ਉਹ ਧੋਬੀ ਸੇਠ ਦੇ ਕੋਲ ਆਇਆ ਤਾਂ ਸੇਠ ਨੇ ਦੇਖਿਆ ਕਿ ਉਹਦੇ ਵਾਲ ਨਹੀਂ ਆ, ਉਹਨਾਂ ਆਪਣੇ ਵਾਲ ਮੁੰਨੇ ਹੋਏ ਆ। ਤਾਂ ਉਸ ਸੇਠ ਨੇ ਧੋਬੀ ਨੂੰ ਪੁੱਛਿਆ ਕਿ ਤੂੰ ਇਹ ਆਪਣੇ ਵਾਲ ਕਿਉਂ ਮੁੰਡਵਾਏ ਆ? ਤਾਂ ਉਹ ਧੋਬੀ ਕਹਿਣ ਲੱਗਾ ਕਿ ਤੁਹਾਨੂੰ ਨਹੀਂ ਪਤਾ, ਰਾਜਾ ਗੰਧਰਵ ਸੈਨ ਮਰ ਚੁੱਕਾ ਹੈ, ਉਹਦੀ ਮੌਤ ਹੋ ਚੁੱਕੀ ਆ, ਪਰਲੋਕ ਸਿਧਾਰ ਗਿਆ ਹੈ, ਤੇ ਉਹਨੂੰ ਸ਼ਰਧਾਂਜਲੀ ਦੇਣ ਦੇ ਲਈ ਮੈਂ ਆਪਣੇ ਸਿਰ ਦੇ ਵਾਲ ਕਟਾਏ ਹਨ। ਇਸੇ ਕਰਕੇ ਉਹਦੇ ਦੁੱਖ ਕਰਕੇ ਮੈਂ ਕੁਝ ਦਿਨ ਤੁਹਾਡੇ ਕੋਲ ਨਹੀਂ ਆ ਸਕਿਆ। ਜਦੋਂ ਸੇਠ ਨੇ ਇੰਨੀ ਗੱਲ ਸੁਣੀ ਤਾਂ ਉਹ ਸੇਠ ਸੋਚਣ ਲੱਗਾ, ਮਹਾਰਾਜਾ ਗੰਧਰਵ ਸੈਨ ਦੀ ਮੌਤ ਹੋ ਚੁੱਕੀ ਆ ਤੇ ਇੱਕ ਧੋਬੀ ਹੋ ਕੇ ਇਹਨੇ ਉਹਨੂੰ ਸ਼ਰਧਾਂਜਲੀ ਦੇਣ ਦੇ ਲਈ ਆਪਣੇ ਸਿਰ ਦੇ ਵਾਲ ਕਟਵਾ ਦਿੱਤੇ, ਤੇ ਮੈਂ ਤਾਂ ਇੱਕ ਸੇਠ ਹਾਂ, ਮੈਨੂੰ ਵੀ ਮਹਾਰਾਜਾ ਗੰਧਰਵ ਸੈਨ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਆ, ਮੈਨੂੰ ਵੀ ਆਪਣੇ ਸਿਰ ਦੇ ਵਾਲ ਕਟਵਾ ਦੇਣੇ ਚਾਹੀਦੇ ਆ। ਇਹ ਸੋਚ ਕੇ ਉਹ ਸੇਠ ਨੇ ਵੀ ਉਸ ਮਹਾਰਾਜ ਦੀ ਸ਼ਰਧਾਂਜਲੀ ਦੇ ਲਈ ਆਪਣੇ ਸਿਰ ਦੇ ਵਾਲ ਕਟਵਾ ਦਿੱਤੇ। ਉਸ ਸੇਠ ਨੇ ਆਪਣੇ ਸਾਰੇ ਪਰਿਵਾਰ ਦੇ ਬੱਚਿਆਂ ਦੇ, ਬਜ਼ੁਰਗਾਂ ਦੇ ਵੀ ਵਾਲ ਮੁੰਡਵਾ ਦਿੱਤੇ, ਸਾਰਿਆਂ ਨੂੰ ਗੰਜਾ ਕਰ ਦਿੱਤਾ। ਕੁਝ ਦਿਨਾਂ ਦੇ ਬਾਅਦ ਇੱਕ ਵਜ਼ੀਰ ਉਸ ਸੇਠ ਦੇ ਕੋਲ ਆਇਆ, ਤੇ ਜਦੋਂ ਵਜ਼ੀਰ ਨੇ ਆ ਕੇ ਦੇਖਿਆ ਕਿ ਸਾਰਿਆਂ ਨੇ ਆਪਣੇ ਸਿਰ ਦੇ ਵਾਲ ਕਟਵਾਏ ਹੋਏ ਆ, ਤਾਂ ਉਸਨੇ ਬੜਾ ਹੈਰਾਨ ਹੋ ਕੇ ਪੁੱਛਿਆ ਕਿ ਤੁਸੀਂ ਸਾਰਿਆਂ ਨੇ ਹੀ ਆਪਣੇ ਸਿਰ ਨੂੰ ਗੰਜਾ ਕਿਉਂ ਕੀਤਾ ਆ? ਤਾਂ ਉਹ ਸੇਠ ਕਹਿਣ ਲੱਗਾ ਕਿ ਤੈਨੂੰ ਨਹੀਂ ਪਤਾ, ਮਹਾਰਾਜ ਗੰਧਰਵ ਸੈਨ ਮ੍ਰਿਤਿੂ ਨੂੰ ਪ੍ਰਾਪਤ ਹੋ ਚੁੱਕੇ ਆ, ਉਹ ਪਰਲੋਕ ਸਿਧਾਰ ਗਏ ਆ। ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਸੀਂ ਸਾਰਿਆਂ ਨੇ ਹੀ ਆਪਣੇ ਸਿਰ ਦੇ ਵਾਲ ਕਟਵਾ ਦਿੱਤੇ ਆ, ਗੰਜੇ ਹੋ ਚੁੱਕੇ ਆ। ਇੰਨੀ ਗੱਲ ਸੁਣ ਕੇ ਉਹ ਵਜ਼ੀਰ ਬੜਾ ਹੈਰਾਨ ਹੋਇਆ, ਤੇ ਉਹਨੇ ਸੋਚਿਆ ਕਿ ਮੈਨੂੰ ਵੀ ਮਹਾਰਾਜਾ ਗੰਧਰਵ ਸੈਨ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਆ। ਇਹ ਸੋਚ ਕੇ ਉਹਨੇ ਵੀ ਆਪਣੇ ਸਿਰ ਦੇ ਵਾਲ ਕਟਵਾ ਦਿੱਤੇ, ਉਹ ਵੀ ਗੰਜਾ ਹੋ ਗਿਆ। ਤੇ ਜਦੋਂ ਅਗਲੇ ਦਿਨ ਵਜ਼ੀਰ
ਮਹਾਰਾਜ ਦੀ ਸਭਾ ਦੇ ਵਿੱਚ ਗਿਆ ਤੇ ਜਦੋਂ ਮਹਾਰਾਜ ਨੇ ਦੇਖਿਆ ਕਿ ਮੇਰਾ ਵਜ਼ੀਰ ਗੰਜਾ ਹੋ ਗਿਆ ਹੈ ਤਾਂ ਮਹਾਰਾਜ ਨੇ ਪੁੱਛਿਆ ਕਿ ਹੇ ਵਜ਼ੀਰ, ਤੂੰ ਆਪਣੇ ਸਿਰ ਦੇ ਵਾਲ ਕਿਉਂ ਕਟਵਾਏ ਆ? ਤਾਂ ਉਸ ਵਜ਼ੀਰ ਨੇ ਉਹ ਸਾਰੀ ਗੱਲਬਾਤ ਦੱਸ ਦਿੱਤੀ ਕਿ ਕਿੱਦਾਂ ਮਹਾਰਾਜਾ ਗੰਧਰਵ ਸੈਨ ਦੀ ਮ੍ਰਿਤਿੂ ਹੋ ਗਈ ਆ ਤੇ ਉਹਨੂੰ ਸ਼ਰਧਾਂਜਲੀ ਦੇਣ ਦੇ ਲਈ ਉਹਨੇ ਵੀ ਆਪਣਾ ਸਿਰ ਗੰਜਾ ਕਰਵਾਇਆ ਹੈ। ਰਾਜਾ ਨੇ ਇੰਨੀ ਗੱਲ ਸੁਣੀ ਤੇ ਉਹ ਸੋਚਣ ਲੱਗਾ ਕਿ ਜੇਕਰ ਮਹਾਰਾਜਾ ਗੰਧਰਵ ਸੈਨ ਜੀ ਮਰ ਚੁੱਕੇ ਆ, ਪਰਲੋਕ ਸਿਧਾਰ ਗਏ ਆ, ਤਾਂ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਆ ਤੇ ਮੈਨੂੰ ਵੀ ਆਪਣਾ ਸਿਰ ਗੰਜਾ ਕਰਵਾ ਲੈਣਾ ਚਾਹੀਦਾ ਹੈ। ਰਾਜੇ ਨੇ ਹੁਕਮ ਕਰ ਦਿੱਤਾ ਕਿ ਮੇਰੇ ਰਾਜ ਦੇ ਵਿੱਚ ਜਿੰਨੇ ਵੀ ਲੋਕ ਆ ਸਾਰਿਆਂ ਨੂੰ ਹੁਕਮ ਕਰ ਦਿਓ ਕਿ ਮਹਾਰਾਜਾ ਗੰਧਰਵ ਸੈਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਾਰੇ ਹੀ ਆਪਣੇ ਸਿਰ ਦੇ ਵਾਲਾਂ ਨੂੰ ਕਟਾਣਗੇ, ਸਾਰੇ ਹੀ ਗੰਜੇ ਹੋਣਗੇ। ਤੇ ਉਸ ਰਾਜ ਦੇ ਵਿੱਚ ਰਾਜੇ ਤੋਂ ਲੈ ਕੇ ਵਜ਼ੀਰ, ਸੇਠ ਤੇ ਜਿੰਨੇ ਵੀ ਪਰਜਾ ਸੀ ਸਾਰੀ ਦੀ ਸਾਰੀ ਗੰਜੀ ਹੋ ਗਈ। ਸਾਰਿਆਂ ਨੇ ਆਪਣੇ ਵਾਲ ਕਟਵਾ ਦਿੱਤੇ। ਕੁਝ ਦਿਨਾਂ ਦੇ ਬਾਅਦ ਉਸ ਰਾਜ ਦੇ ਵਿੱਚ ਇੱਕ ਮਹਾਤਮਾ ਆਏ ਤੇ ਜਦੋਂ ਉਹ ਰਾਜ ਦੇ ਵਿੱਚ ਆ ਕੇ ਦੇਖਿਆ ਕਿ ਸਾਰੇ ਲੋਕ ਹੀ ਉੱਥੋਂ ਦੇ ਗੰਜੇ ਹੋਏ ਪਏ ਆ, ਉਹ ਇਹ ਦੇਖ ਕੇ ਬੜੇ ਹੈਰਾਨ ਹੋਏ ਤੇ ਸੋਚਣ ਲੱਗੇ ਕਿ ਇਹ ਸਾਰੇ ਲੋਕ ਗੰਜੇ ਕਿਉਂ ਹੋਏ ਆ। ਤਾਂ ਉਸ ਫਕੀਰ ਨੇ ਇੱਕ ਆਦਮੀ ਨੂੰ ਪੁੱਛਿਆ ਕਿ ਤੁਸੀਂ ਸਾਰੇ ਹੀ ਗੰਜੇ ਕਿਉਂ ਹੋਏ ਹੋ ਆ? ਤਾਂ ਉਸ ਆਦਮੀ ਨੇ ਕਿਹਾ ਕਿ ਮਹਾਰਾਜ, ਤੁਹਾਨੂੰ ਨਹੀਂ ਪਤਾ ਕਿ ਮਹਾਰਾਜ ਗੰਧਰਵ ਸੈਨ ਜੀ ਮਰ ਚੁੱਕੇ ਆ, ਉਹ ਪਰਲੋਕ ਸਿਧਾਰ ਗਏ ਆ ਤੇ ਸਾਰੇ ਹੀ ਰਾਜ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ। ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਸਾਰਿਆਂ ਨੇ ਆਪਣੇ ਸਿਰ ਦੇ ਵਾਲ ਕਟਵਾਏ ਹਨ। ਇਹ ਸੁਣ ਕੇ ਫਕੀਰ ਬੜਾ ਹੈਰਾਨ ਹੋਇਆ ਤੇ ਪੁੱਛਣ ਲੱਗਾ ਕਿ ਆਖਰ ਇਹ ਮਹਾਰਾਜਾ ਗੰਧਰਵ ਸੈਨ ਹੈ ਕੌਣ? ਤਾਂ ਉਸ ਆਦਮੀ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਮਹਾਰਾਜਾ ਗੰਧਰਵ ਸੈਨ ਕੌਣ ਆ, ਸਾਨੂੰ ਤਾਂ ਰਾਜੇ ਦਾ ਹੁਕਮ ਆਇਆ ਤੇ ਅਸੀਂ ਸਾਰਿਆਂ ਨੇ ਹੀ ਆਪਣੇ ਸਿਰ ਦੇ ਵਾਲ ਕਟਾ ਦਿੱਤੇ। ਤਾਂ ਉਹ ਫਕੀਰ ਕਹਿਣ ਲੱਗੇ ਕਿ ਮੈਨੂੰ ਆਪਣੇ ਰਾਜਾ ਕੋਲ ਲੈ ਕੇ ਜਾਓ। ਉਹਨੂੰ ਰਾਜੇ ਕੋਲ ਲੈ ਕੇ ਗਏ ਤਾਂ ਫਕੀਰ ਨੇ ਫਿਰ ਉਹੀ ਸਵਾਲ ਪੁੱਛਿਆ ਕਿ ਤੁਸੀਂ ਆਪਣਾ ਸਿਰ ਕਿਉਂ ਗੰਜਾ ਕਰਵਾਇਆ ਹੈ? ਤਾਂ ਰਾਜਾ ਕਹਿਣ ਲੱਗਾ ਕਿ ਮਹਾਰਾਜਾ ਗੰਧਰਵ ਸੈਨ ਮਰ ਚੁੱਕੇ ਆ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਸੀਂ ਆਪਣਾ ਸਿਰ ਗੰਜਾ ਕਰਵਾਇਆ ਹੈ। ਤਾਂ ਫਕੀਰ ਨੇ ਫਿਰ ਉਹੀ ਪੁੱਛਿਆ ਕਿ ਇਹ ਆਖਿਰਕਾਰ ਇਹ ਮਹਾਰਾਜਾ ਗੰਧਰਵ ਸੈਨ ਹੈ ਕੌਣ? ਤਾਂ ਉਹ ਰਾਜਾ ਕਹਿਣ ਲੱਗਾ ਕਿ ਮੈਨੂੰ ਇਹਦੇ ਬਾਰੇ ਨਹੀਂ ਪਤਾ, ਮੈਨੂੰ ਤਾਂ ਮੇਰੇ ਵਜ਼ੀਰ ਨੇ ਕਿਹਾ, ਮੈਂ ਤਾਂ ਸਿਰ ਗੰਜਾ ਕਰਵਾਇਆ ਹੈ। ਵਜ਼ੀਰ ਨੂੰ ਬੁਲਾਇਆ ਗਿਆ ਤਾਂ ਵਜ਼ੀਰ ਨੇ ਕਿਹਾ ਕਿ ਮੈਨੂੰ ਇਹਦੇ ਬਾਰੇ ਨਹੀਂ ਪਤਾ, ਮੈਨੂੰ ਤਾਂ ਉਸ ਸੇਠ ਨੇ ਦੱਸਿਆ ਹੈ, ਮੈਂ ਤਾਂ ਸਿਰ ਗੰਜਾ ਕਰਵਾਇਆ ਹੈ। ਸੇਠ ਨੂੰ ਬੁਲਾਇਆ ਗਿਆ, ਸੇਠ ਨੂੰ ਪੁੱਛਿਆ ਗਿਆ ਤਾਂ ਸੇਠ ਨੇ ਵੀ ਕਹਿ ਦਿੱਤਾ ਕਿ ਮੈਨੂੰ ਮਹਾਰਾਜਾ ਗੰਧਰਵ ਸੈਨ ਬਾਰੇ ਨਹੀਂ ਪਤਾ, ਮੈਨੂੰ ਤਾਂ ਮੇਰੇ ਧੋਬੀ ਨੇ ਕਿਹਾ ਸੀ। ਫਿਰ ਉਸ ਧੋਬੀ ਨੂੰ ਬੁਲਾਇਆ ਗਿਆ, ਧੋਬੀ ਨੂੰ ਪੁੱਛਿਆ ਗਿਆ ਕਿ ਮਹਾਰਾਜਾ ਗੰਧਰਵ ਸੈਨ ਹੈ ਕੌਣ? ਤਾਂ ਧੋਬੀ ਕਹਿਣ ਲੱਗਾ ਜੀ, ਮਹਾਰਾਜਾ ਗੰਧਰਵ ਸੈਨ ਹੋਰ ਕੋਈ ਨਹੀਂ, ਮੇਰਾ ਗਧਾ ਸੀ ਜਿਹਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਿਆ ਕਰਦਾ ਸੀ, ਜਿਹੜਾ ਮੇਰਾ ਹਰ ਕਹਿਣਾ ਮੰਨਦਾ ਸੀ, ਸਾਰੇ ਹੀ ਕੰਮ ਮੇਰੇ ਉਹ ਗੰਧਰਵ ਸੈਨ ਕਰਿਆ ਕਰਦਾ ਸੀ ਤੇ ਹੁਣ ਉਹਦੀ ਮੌਤ ਹੋ ਚੁੱਕੀ ਆ ਤੇ ਮੈਨੂੰ ਉਹਦੀ ਮੌਤ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਹੈ, ਬਹੁਤ ਜ਼ਿਆਦਾ ਅਫਸੋਸ ਹੋਇਆ ਹੈ। ਇਸ ਕਰਕੇ ਉਹਨੂੰ ਸੱਚੀ ਸ਼ਰਧਾਂਜਲੀ ਦੇਣ ਦੇ ਲਈ ਮੈਂ ਆਪਣੇ ਸਿਰ ਦੇ ਵਾਲ ਕਟਵਾਏ, ਗੰਜਾ ਹੋ ਗਿਆ, ਕਿਉਂਕਿ ਮੈਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਿਆ ਕਰਦਾ ਸੀ। ਮੇਰੇ ਗਧੇ ਦੀ ਮੌਤ ਹੋ ਗਈ ਤੇ ਉਹਨੂੰ ਇੱਜ਼ਤ ਦੇਣ ਲਈ ਉਹਦੀ ਸ਼ਾਨ ਦੇ ਵਿੱਚ ਮੈਂ ਉਹਨੂੰ ਮਹਾਰਾਜਾ ਗੰਧਰਵ ਸੈਨ ਕਹਿਣ ਲੱਗ ਪਿਆ। ਧੋਬੀ ਦੀ ਇਹ ਗੱਲ ਸੁਣ ਕੇ ਸਾਰੇ ਹੀ ਹੱਕੇ ਬੱਕੇ ਰਹਿ ਗਏ, ਹੈਰਾਨ ਰਹਿ ਗਏ ਕਿ ਇਹ ਕੀ ਹੋ ਰਿਹਾ ਹੈ। ਸਾਰਿਆਂ ਨੇ ਹੀ ਬਿਨਾਂ ਸੋਚੇ ਸਮਝੇ ਹੀ, ਬਿਨਾਂ ਜਾਂਚ ਪੜਤਾਲ ਕੀਤੇ ਹੀ ਇੱਕ ਦੂਜੇ ਦੇ ਪਿੱਛੇ ਲੱਗ ਗਏ, ਇੱਕ ਦੂਜੇ ਦਾ ਕਹਿਣਾ ਮੰਨ ਲਿਆ। ਤੁਹਾਨੂੰ ਇਹ ਕਹਾਣੀ ਬੜੀ ਪੁਰਾਣੀ ਲੱਗਦੀ ਹੋਵੇਗੀ, ਪਰ ਬਿਲਕੁਲ ਨਹੀਂ। ਇਹ ਕਹਾਣੀ ਅੱਜ ਦੇ ਸਮੇਂ ਦੀ ਆ, ਅੱਜ ਦੇ ਦੌਰ ਦੀ ਆ। ਜੋ ਸਾਡੇ ਨਾਲ ਅੱਜ ਹੋ ਰਿਹਾ ਹੈ ਇਹ ਉਹੀ ਕਹਾਣੀ ਆ। ਅੱਜ ਕੋਈ ਇਨਸਾਨ ਕੁਝ ਕਰਦਾ ਹੈ, ਕੁਝ ਅਤਰੰਗੀ ਕਰਦਾ ਆ, ਬੇਢੰਗਾ ਕਰਦਾ ਆ ਤੇ ਕਈ ਲੋਕ ਉਹਦੇ ਪਿੱਛੇ ਲੱਗ ਕੇ ਉਹ ਵੀ ਉਸੇ ਤਰ੍ਹਾਂ ਹੀ ਕਰਨ ਲੱਗ ਪੈਂਦੇ ਆ। ਅੱਜ ਕੋਈ ਫਿਲਮੀ ਸਟਾਰ ਹੋਵੇ, ਕੋਈ ਪਾਰਟੀ ਜੀਨ ਪਾ ਲਵੇ ਤਾਂ ਲੱਖਾਂ ਹੀ ਲੋਕ ਉਹਦਾ ਪਿੱਛਾ ਲੱਗ ਕੇ ਉਹ ਵੀ ਪਾਟੇ ਕੱਪੜੇ ਪਾਣੇ ਸ਼ੁਰੂ ਕਰ ਦਿੰਦੇ ਆ, ਪਾਟੀਆਂ ਜੀਨਾਂ ਪਾਣੀਆਂ ਸ਼ੁਰੂ ਕਰ ਦਿੰਦੇ ਆ ਬਿਨਾਂ ਸੋਚੇ ਸਮਝੇ ਹੀ। ਕੋਈ ਪੁੱਠਾ ਚਸ਼ਮਾ ਪਾਵੇ, ਪੁੱਠੀ ਐਨਕ ਲਾਵੇ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਪੁੱਠੀ ਐਨਕਾਂ ਲਾਉਣ ਲੱਗ ਪੈਣਗੇ। ਕੋਈ ਗਲਤ ਕੰਮ ਕਰਦਾ ਹੋਵੇ, ਉਹਨੂੰ ਦੇਖ ਕੇ ਮਜ਼ਾ ਆਵੇ ਤਾਂ ਕਈ ਲੋਕ ਉਹਦਾ ਵਾਂਗੂ ਕਰਨ ਲੱਗ ਪੈਂਦੇ ਆ ਬਿਨਾਂ ਸੋਚੇ ਸਮਝੇ ਹੀ। ਕੋਈ ਫਿਲਮ ਅਭਿਨੇਤਰੀ ਛੋਟੇ ਕੱਪੜੇ ਪਾਵੇ ਤਾਂ ਕਈ ਲੋਕ ਬਿਨਾਂ ਸੋਚੇ ਸਮਝੇ ਹੀ ਅਭੱਦਰ ਕੱਪੜੇ, ਛੋਟੇ ਕੱਪੜੇ ਪਾਉਣ ਲੱਗ ਪੈਂਦੇ ਆ ਬਿਨਾਂ ਸੋਚੇ ਸਮਝੇ ਕਿ ਇਹਦਾ ਕੀ ਫਾਇਦਾ, ਕੀ ਨੁਕਸਾਨ ਆ। ਕੁਝ ਨਹੀਂ ਸੋਚਦੇ, ਬਸ ਅਸੀਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਉਸੇ ਕੰਮ ਦੇ
ਪਿੱਛੇ ਤੁਰ ਪੈਂਦੇ ਆ। ਅਸੀਂ ਇਹ ਵੀ ਨਹੀਂ ਸੋਚਦੇ ਕਿ ਇਹਦਾ परिणाम ਕੀ ਹੋਵੇਗਾ, ਕੀ ਇਹਦੇ ਨਤੀਜੇ ਨਿਕਲਣਗੇ। ਅੱਜ ਕੱਲ ਕਈ ਕੰਮ ਇਸੇ ਕਰਕੇ ਕਰਦੇ ਆ ਕਿਉਂਕਿ ਉਹ ਦੂਸਰੇ ਕਰਦੇ ਆ। ਕਈ ਕੰਮ ਐਸੇ ਆ ਜਿਨ੍ਹਾਂ ਨੂੰ ਕਰਨ ਦਾ ਕੋਈ ਮਤਲਬ ਨਹੀਂ ਬਣਦਾ, ਕੋਈ ਲੋੜ ਨਹੀਂ ਹੁੰਦੀ ਆ, ਪਰ ਕਈ ਕੰਮ ਅਸੀਂ ਐਸੇ ਕਰ ਜਾਂਦੇ ਆ ਬਸ ਦੂਸਰਿਆਂ ਨੂੰ ਦੇਖ ਕੇ, ਦੂਸਰਿਆਂ ਦੇ ਪਿੱਛੇ ਲੱਗ ਕੇ। ਨਾ ਅਸੀਂ ਆਪਣੀ ਸੋਚ ਸਮਝ ਦਾ ਵਿਚਾਰ ਕਰਦੇ ਆ, ਨਾ ਆਪਣੀ ਅਕਲ ਨੂੰ ਵਰਤਦੇ ਆ, ਬਸ ਦੂਸਰਿਆਂ ਦੇ ਪਿੱਛੇ ਲੱਗ ਕੇ ਅਸੀਂ ਵੀ ਉਹੀ ਕੰਮ ਸ਼ੁਰੂ ਕਰ ਦਿੰਦੇ ਆ, ਜਦ ਕਿ ਉਹਦਾ ਕੋਈ ਮਤਲਬ ਨਹੀਂ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ, ਬਸ ਸਮੇਂ ਦੀ ਬਰਬਾਦੀ ਹੁੰਦੀ ਆ, ਧਨ ਦੀ ਬਰਬਾਦੀ ਹੁੰਦੀ ਆ। ਇਸ ਕਰਕੇ ਉਹ ਕਰੋ ਜੋ ਸਹੀ ਆ, ਜੋ ਤੁਹਾਨੂੰ ਸਹੀ ਲੱਗਦਾ ਆ, ਤੁਹਾਡੀ ਆਤਮਾ ਨੂੰ ਸਹੀ ਲੱਗਦਾ ਆ, ਤੇ ਉਹ ਦੁਨੀਆ ਦੀ ਨਿਗਾਹ ਦੇ ਵਿੱਚ ਵੀ ਉਹ ਕੰਮ ਸਹੀ ਆ। ਆਪਣੀ ਅਕਲ ਵਰਤੋ, ਆਪਣੇ ਮਨ ਦੇ ਨਾਲ, ਦਿਲ ਦੇ ਨਾਲ ਸੋਚੋ, ਸਹੀ ਕੰਮ ਕਰੋ, ਸਹੀ ਰਸਤੇ ਤੇ ਚੱਲੋ, ਤਾਂ ਹੀ ਆਪਾਂ ਕੋਈ ਚੰਗੀ ਮੰਜ਼ਿਲ ਤੱਕ ਪਹੁੰਚ ਸਕਦੇ ਆ, ਤਾਂ ਹੀ ਜ਼ਿੰਦਗੀ ਵਿੱਚ ਸਫਲ ਹੋ ਸਕਦੇ ਆ। ਸੋ ਲਾਈ ਲੱਗ ਨਾ ਬਣੋ, ਆਪਣੀ ਬੁੱਧੀ ਦਾ ਇਸਤੇਮਾਲ ਕਰੋ। ਸੋ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰਿਓ ਤੇ ਪੀਰਾਂ ਫਕੀਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ।